ਕਿ ਜਿਹੜਾ ਇੱਕ ਇਨਸਾਨ ਹੈ, ਇੱਕ ਆਉਣ ਜਾਣਾ, ਇੱਥੇ ਰਹਿਣਾ ਤਾਂ ਕਿਸੇ ਨੇ ਵੀ ਨਹੀਂ। ਆਪਾਂ ਕਿਉਂ ਲੜਦੇ, ਕਿਉਂ ਦੂਰੀਆਂ ਰੱਖਦੇ, ਜੇ ਰਹਿਣਾ ਹੀ ਨਹੀਂ ਇੱਥੇ ਕਿਸੇ ਨੇ। ਆਉਣ ਜਾਣਾ ਇੱਥੇ ਤਾਂ ਜੋ ਹੈ ਸੋ ਚੱਲ ਸੀ, ਸਭ ਕੋ ਆਈ ਬਾਰੀ ਆ, ਸਭ ਨੇ ਚਲੇ ਜਾਣਾ, ਇੱਥੇ ਰਹਿਣਾ ਨਹੀਂ ਕਿਸੇ ਨੇ। ਲੜੀਏ ਕਿਉਂ, ਜੇ ਰਹਿਣਾ ਹੀ ਨਹੀਂ, ਸਾਡੇ ਕੋਲ ਹੈ ਹੀ ਨਹੀਂ ਇੱਥੇ ਕੁਝ। ਚਲੇ ਜਾਣਾ, ਜਿੱਦਣ ਜਾਣਾ ਅਸੀਂ ਖਾਲੀ ਹੱਥ ਜਾਣਾ। ਕੀ ਲਿਜਾਣਾ, ਇੱਥੇ ਕੁਛ ਨਹੀਂ ਜਾਣਾ, ਖਾਲੀ ਹੱਥ ਜਾਣਾ ਨਾ। ਫਿਰ ਅਸੀਂ ਲੜਦੇ ਕਾਹਦੇ ਵਾਸਤੇ, ਜਾਂ ਰਹਿਣਾ ਹੀ ਨਹੀਂ ਅਸੀਂ। ਆਪਾਂ ਲੜੀਏ ਤਾਂ ਵੀ ਅਸੀਂ ਪੱਕਾ ਰਹਿਣਾ ਉਰੇ, ਵੀ ਸਾਡੀ ਪੱਕੀ ਮਤਲਬ ਪੱਕਾ ਘਰ ਹੈ, ਪੱਕਾ ਦੇਸ਼ ਹੈ। ਅਸੀਂ ਰਹਿਣਾ ਹੀ ਨਹੀਂ, ਚਲੇ ਜਾਣਾ, ਆਉਣ ਜਾਣਾ। ਇੱਥੇ ਰਹੇ ਤਾਂ ਸਾਡੇ ਗੁਰੂ ਨਹੀਂ, ਉਹ ਵੀ ਚਲੇ ਗਏ, ਆਉਣ ਜਾਣਾ ਹੋ ਗਿਆ। ਉਹ ਵੀ ਇੰਨਾ ਕੁਛ ਉਰੇ ਨਨਕਾਣਾ ਸਾਹਿਬ ਚ ਪੈਦਾ ਹੋ ਕੇ ਸਭ ਕੁਛ ਛੱਡ ਗਏ, ਕੀ ਅਸੀਂ ਲੈ ਜਾਵਾਂਗੇ ਉਰੇ ਤੇ? ਜਦੋਂ ਉਹ ਨਹੀਂ ਲੈ ਗਿਆ, ਅਸੀਂ ਵੀ ਲੈ ਕੇ ਜਾਣਾ। ਤੇ ਲੜਨਾ ਨਹੀਂ ਚਾਹੀਦਾ, ਪਿਆਰ ਨਾਲ ਰਹਿਣਾ ਚਾਹੀਦਾ, ਇੱਕ ਦੂਜੇ ਨਾਲ ਇੱਜ਼ਤ ਨਾਲ ਰਹਿਣਾ ਚਾਹੀਦਾ। ਬਹੁਤ ਕੰਮ ਕਰੋ, ਆਪਣਾ ਵਧੀਆ ਪਰਿਵਾਰਾਂ ਪਾਲੋ ਤੇ ਇੱਕ ਦੂਜੇ ਨਾਲ ਮੇਲ ਰੱਖੋ। ਇਹ ਧਰਤੀ ਤੋਂ ਅਸੀਂ ਗਏ ਆ ਜੀ, ਸਾਡੇ ਬਜ਼ੁਰਗ ਇੱਧਰੋਂ ਹੀ ਗਏ ਆ ਜੀ। ਤੇ ਉਸ ਮਤਲਬ ਮਨ ਉਹ ਧਰਤੀ ਦਾ 70-75 ਸਾਲ ਬਾਅਦ ਵੀ ਮੋਹ ਆਉਂਦਾ ਜੀ। ਉਸ ਧਰਤੀ ਨੂੰ ਜਾਈਏ, ਨਮਸਕਾਰ ਕਰੀਏ ਜਾ ਕੇ ਜਿੱਥੇ ਬਜ਼ੁਰਗ ਰਹਿੰਦੇ ਸੀ, ਤੇ ਦੇਖੀਏ ਕਿਸ ਤਰ੍ਹਾਂ ਦੀ ਹੈਗੀ ਧਰਤੀ। ਦੇਖਣ ਦਾ ਮਨ ਵਿੱਚ ਬਹੁਤ ਚਾਅ ਹੈ। ਤੇ ਇੱਧਰ ਦੇ ਲੋਕਾਂ ਨੂੰ ਮਿਲੀਏ ਗਿਲੀਏ, ਤੇ ਜੋ ਬੰਦੇ ਮਿਲਦੇ ਆ, ਇਹ ਆਪਣੇ ਮਿੱਤਰ ਪਿਆਰੇ ਮਿਲੇ ਆ, ਬਹੁਤ ਪਿਆਰ ਦਿੱਤਾ ਇਹਨਾਂ ਨੇ, ਹੱਦ ਤੋਂ ਵੱਧ। खुश हो के जा। हाँ जी, बहुत ज्यादा खुश। हमारा पाकिस्तान, प्यारा पाकिस्तान। सब्सक्राइब कीजिए, लाइक कीजिए। नया पाकिस्तान। बिस्मिल्लाहिर्रहमानिर्रहीम। अस्सलाम वालेकुम नाज़रीन, मैं हूं मतीउर रहमान और आज मैं आपकी मुलाकात करवाऊंगा पंजाब के आए कुछ लोगों से जो कि यहाँ पर मौजूद हैं हमारे साथ, और आज हम उनसे बात करेंगे। आपको बताते चलें कि करतारपुर राहदारी जब से खोली गई है पाकिस्तान में, सिख बरादरी का आना जो है वो आना जाना वो लगा हुआ है, और दोनों हुकूमतों की जानिब से भी बहुत से इकदाम उठाए गए हैं। खासतौर पर इस बार ये हुआ कि पंजाब जो है वहाँ से उनके वज़ीर आला भी आए यहाँ पर, और बाबा गुरु नानक साहब के जन्मदिन पर यहाँ पर जो है बड़ी तादाद में इस बार 3400 सिख यात्री जो यहाँ पर आए हैं, जो कि पिछले साल जो थे वो 600 के करीब थे। इतनी बड़ी डेवलपमेंट जो हुई है वो कैसे की गई है, और उसके अलावा हम जानेंगे कि इनके जज्बात क्या हैं, और साथ ही हम इनसे पूछेंगे कि पंजाब की यादें, क्योंकि आपको पता है कि जब 1947 में ये पार्टीशन की गई थी तो बहुत से लोग यहाँ से वहाँ पर गए थे और वहाँ से यहाँ पर गए थे, तो उनकी यादें हैं कुछ। खास तौर पर जन्मदिन के मुबारक मौके पर जब वो यहाँ पर आए तो उनके क्या जज्बात थे, ये हम इन्हीं की जुबानी सुनेंगे। इन्हीं के पास चलते हैं और जानते हैं कि यहाँ पर आके उन्हें कैसा लगा। सारे साढ़े नाल मौजूद ने, पंजाब तो आए सब कुछ लोग थे, उन्होंने सब तो पहले सारे सत श्री अकाल कहने हैं ते खुशामदीद कहने हैं तानू सब नू, जी आया नू। ते सब तो पहले इन्हां कोल चलांगे। तुसीं सानू दसो कि ਜਦੋਂ ਤੁਸੀਂ ਇੱਥੇ ਆਏ ਹੋ ਤੁਹਾਡੀ ਕੀ ਫੀਲਿੰਗ ਸੀ ਆਪਣੀ ਧਰਤੀ ਨੂੰ ਵੇਖ ਕੇ? ਬਹੁਤ ਖੁਸ਼ ਹੋਏ ਹਾਂ ਜੀ, ਮਨ ਠੀਕ ਹੋਇਆ ਸਾਡਾ। ਜਿਹੜੀਆਂ ਅਸੀਂ ਨਿਤਨੇਮ ਗੁਰੂ ਘਰ 'ਚ ਅਰਦਾਸਾਂ ਕਰਦੇ ਸੀ, ਉਹ ਸਾਡੀ ਗੁਰੂ ਨਾਨਕ ਨੇ ਵੀ ਸੁਣ ਲਿਆ, ਵੀ ਨਨਕਾਣਾ ਸਾਹਿਬ ਜਾਂ ਪੰਜਾ ਸਾਹਿਬ ਤੋਂ ਸਾਨੂੰ ਵਿਛੋੜਿਆ ਗਿਆ ਸੱਚੇ ਪਾਤਸ਼ਾਹ, ਸਾਨੂੰ ਖੁੱਲੇ ਦਰਸ਼ਨ ਦਿਦਾਰੇ ਬਖਸ਼ੀ। ਅੱਜ ਉਹ ਸਾਡੀ ਸੁਣ ਲਈ ਰੱਬ ਨੇ, ਸਾਨੂੰ ਖੁੱਲੇ ਦਰਸ਼ਨ ਦਿਦਾਰੇ ਹੋਏ ਆ, ਲਾਹੌਰ ਦੇ ਵੀ, ਨਨਕਾਣਾ ਸਾਹਿਬ ਦੇ ਵੀ, ਪੰਜਾ ਸਾਹਿਬ ਦੇ ਵੀ। ਬੜੇ ਖੁਸ਼ ਹਾਂ ਅਸੀਂ। ਦਿਲ ਬਾਗ-ਬਾਗ ਹੋ ਗਿਆ। ਹਾਂ, ਦਿਲ ਬਾਗ-ਬਾਗ ਹੋ ਗਿਆ। ਕੀ ਤੁਹਾਨੂੰ ਇੱਥੇ ਕੀ ਆ ਕੇ ਇੱਥੇ ਫੀਲ ਕੀ ਹੋਇਆ, ਤੁਹਾਨੂੰ ਕੀ ਮਹਿਸੂਸ ਹੋਇਆ ਇੱਥੇ ਆ ਕੇ ਕਿ ਇੰਨਾ ਜਿਹੜਾ ਵਿੱਚ ਡਿਸਟੈਂਸ ਪਿਆ ਹੈ, ਇੰਨੀਆਂ ਦੂਰੀਆਂ ਪਈਆਂ, ਉਹ ਕੀ ਮੁੱਕਣ ਵਾਸਤੇ ਫਿਰ ਉਹ ਜਿਹੜਾ ਰਾਹ ਹੈ ਉਹ ਖੁੱਲਿਆ? ਹਾਂ, ਖੁੱਲਿਆ, ਮੁੱਕਣੀਆਂ ਚਾਹੀਦੀਆਂ ਉਹ, ਕਿਉਂਕਿ ਜਿਹੜਾ ਇੱਕ ਇਨਸਾਨ ਹੈ, ਇੱਕ ਆਉਣ ਜਾਣਾ, ਇੱਥੇ ਰਹਿਣਾ ਤਾਂ ਕਿਸੇ ਨੇ ਵੀ ਨਹੀਂ। ਆਪਾਂ ਕਿਉਂ ਲੜਦੇ, ਕਿਉਂ ਦੂਰੀਆਂ ਰੱਖਦੇ, ਜੇ ਰਹਿਣਾ ਹੀ ਨਹੀਂ ਇੱਥੇ ਕਿਸੇ ਨੇ। ਆਉਣ ਜਾਣਾ ਇੱਥੇ ਤਾਂ ਜੋ ਹੈ ਸੋ ਚੱਲ ਸੀ, ਸਭ ਕੋ ਆਈ ਬਾਰੀ ਆ, ਸਭ ਨੇ ਚਲੇ ਜਾਣਾ, ਇੱਥੇ ਰਹਿਣਾ ਨਹੀਂ ਕਿਸੇ ਨੇ। ਲੜੀਏ ਕਿਉਂ, ਜੇ ਰਹਿਣਾ ਹੀ ਨਹੀਂ, ਸਾਡੇ ਕੋਲ ਹੈ ਹੀ ਨਹੀਂ ਇੱਥੇ ਕੁਝ। ਚਲੇ ਜਾਣਾ, ਜਿੱਦਣ ਜਾਣਾ ਅਸੀਂ ਖਾਲੀ ਹੱਥ ਜਾਣਾ। ਕੀ ਲਿਜਾਣਾ, ਇੱਥੇ ਕੁਛ ਨਹੀਂ ਜਾਣਾ, ਖਾਲੀ ਹੱਥ ਜਾਣਾ ਨਾ। ਫਿਰ ਅਸੀਂ ਲੜਦੇ ਕਾਹਦੇ ਵਾਸਤੇ, ਜਾਂ ਰਹਿਣਾ ਹੀ ਨਹੀਂ ਅਸੀਂ। ਆਪਾਂ ਲੜੀਏ ਤਾਂ ਵੀ ਅਸੀਂ ਪੱਕਾ ਰਹਿਣਾ ਉਰੇ, ਵੀ ਸਾਡੀ ਪੱਕੀ ਮਤਲਬ ਪੱਕਾ ਘਰ ਹੈ, ਪੱਕਾ ਦੇਸ਼ ਹੈ। ਅਸੀਂ ਰਹਿਣਾ ਹੀ ਨਹੀਂ, ਚਲੇ ਜਾਣਾ, ਆਉਣ ਜਾਣਾ। ਇੱਥੇ ਰਹੇ ਤਾਂ ਸਾਡੇ ਗੁਰੂ ਨਹੀਂ, ਉਹ ਵੀ ਚਲੇ ਗਏ, ਆਉਣ ਜਾਣਾ ਹੋ ਗਿਆ। ਉਹ ਵੀ ਇੰਨਾ ਕੁਛ ਉਰੇ ਨਨਕਾਣਾ ਸਾਹਿਬ ਚ ਪੈਦਾ ਹੋ ਕੇ ਸਭ ਕੁਛ ਛੱਡ ਗਏ, ਕੀ ਅਸੀਂ ਲੈ ਜਾਵਾਂਗੇ ਉਰੇ ਤੇ? ਜਦੋਂ ਉਹ ਨਹੀਂ ਲੈ ਗਿਆ, ਅਸੀਂ ਵੀ ਲੈ ਕੇ ਜਾਣਾ। ਤੇ ਲੜਨਾ ਨਹੀਂ ਚਾਹੀਦਾ, ਪਿਆਰ ਨਾਲ ਰਹਿਣਾ ਚਾਹੀਦਾ, ਇੱਕ ਦੂਜੇ ਨਾਲ ਇੱਜ਼ਤ ਨਾਲ ਰਹਿਣਾ ਚਾਹੀਦਾ। ਬਹੁਤ ਕੰਮ ਕਰੋ, ਆਪਣਾ ਵਧੀਆ ਪਰਿਵਾਰਾਂ ਪਾਲੋ ਤੇ ਇੱਕ ਦੂਜੇ ਨਾਲ ਮੇਲ रखो। उनका कहना था कि बिल्कुल लड़ना तो वाकई नहीं चाहिए। एक और हमारे साथ मौजूद है, उनसे बात करेंगे। जी तुसीं मैनूं ਇਹ ਦੱਸੋ कि इस मुबारक मौके ਤੇ ਤੁਸੀਂ ਆਪਣੀ ਬਰਾਦਰੀ ਨੂੰ ਇੱਥੇ ਲੈ ਕੇ ਆਏ ਹੋ, ਤੁਸੀਂ ਉਹਨਾਂ ਦੇ ਨਾਲ ਵੀ ਆਏ ਹੋ, ਤੇ ਤੁਹਾਨੂੰ ਪਾਕਿਸਤਾਨੀ ਲੋਕਾਂ ਨੇ ਕਿੰਨੀ ਮੁਹੱਬਤ ਦਿੱਤੀ ਹੈ, ਕਿੰਨੇ ਤੁਹਾਡੇ ਜਜ਼ਬਾਤ ਇੱਥੇ ਆ ਕੇ ਜਿਹੜੇ ਨੇ ਬਦਲੇ? बहुत ज्यादा मोहब्बत दी है, बहुत ज्यादा प्यार दिता जी।
ਲੱਗਿਆ ਤੇ ਨਹੀਂ ਤੁਸੀਂ ਕਿ ਇੰਡੀਆ ਤੋਂ ਬਾਹਰ ਨਹੀਂ ਜੀ, ਬਿਲਕੁਲ ਵੀ ਨਹੀਂ ਲੱਗਿਆ ਜੀ। ਮਤਲਬ ਸਾਨੂੰ ਆਪਣੇ ਨਾਲੋਂ ਵੀ ਵੱਧ ਪਿਆਰ ਮਿਲਿਆ ਜੀ ਇੱਥੇ, ਤੇ ਖੁਸ਼ ਹੋ ਤੁਸੀਂ? ਬਹੁਤ ਖੁਸ਼ ਹਾਂ ਜੀ। ਤੇ ਪਾਕਿਸਤਾਨੀ ਆਵਾਮ ਨੇ ਤੁਹਾਡਾ ਵੈਲਕਮ ਚੰਗਾ ਕੀਤਾ ਹੈ? ਮੈਂ ਬਹੁਤ ਚੰਗਾ ਕੀਤਾ ਜੀ। ਤੇ ਇਸ ਵਾਰੀ ਮਜ਼ਾ ਆਇਆ ਹੈ ਕਿ ਪਹਿਲੇ ਵਾਲੀ ਜ਼ਿਆਦਾ ਮਜ਼ਾ? ਮਜ਼ਾ ਤਾਂ ਆਇਆ ਜੀ, ਪਿਛਲੇ ਸਾਲ ਵੀ ਪਹਿਲੀ ਵਾਰ ਆਏ ਸੀ ਤੇ ਲੋਕਾਂ ਨੇ ਬੜਾ ਪਿਆਰ ਦਿੱਤਾ ਜੀ, ਤੇ ਐਤਕਾਂ ਵੀ ਬੜਾ ਪਿਆਰ ਦਿੱਤਾ ਜੀ ਸਭ ਹਰੇਕ ਨੂੰ। ਅੱਛਾ ਮੈਨੂੰ ਦੱਸੋ ਕਿ ਜਿਹੜੇ ਖਾਸ ਤੌਰ ਤੇ ਅਸੀਂ ਜਾਣਦੇ ਆ ਜਾਂ ਸਾਡੇ ਕੁਝ ਲੋਕ ਨੇ ਉਹ ਕਹਿੰਦੇ ਨੇ ਕਿ ਯਾਰ ਇਹ ਤੇ ਨਹੀਂ ਹੋਣਾ ਚਾਹੀਦਾ, ਕੁਝ ਉਸ ਤਰਫ ਹੁੰਦੇ ਨੇ ਉਹ ਕਹਿੰਦੇ ਯਾਰ ਨਹੀਂ ਹੋਣਾ ਚਾਹੀਦਾ, ਤੇ ਇਹ ਸਾਰੀ ਨਫ਼ਰਤ ਅਸੀਂ ਕਿਸ ਤਰ੍ਹਾਂ ਮੁਕਾਈਏ? ਇਹ ਤਾਂ ਪ੍ਰੇਮ ਪਿਆਰ ਨਾਲ ਮਿਟ ਸਕਦੀ ਹੈ ਜੀ। ਕੁਛ ਜਿਹੜੀ ਸਿਆਸੀ ਤੌਰ ਤੇ ਹੋਵੇ, ਕੁਛ ਮਤਲਬ ਇੱਕ ਬੰਦੇ ਦੇ ਵੱਸ ਤਾਂ ਹੈ ਨਹੀਂ ਜੀ ਗੱਲ, ਨਾ ਤੁਹਾਡੇ ਵੱਸ ਆ ਨਾ ਮੇਰੇ ਵੱਸ ਆ। ਥੋੜਾ ਜਿਹਾ ਕੋਈ ਜੇ ਕਾਨੂੰਨ ਹੈ, ਜੇ ਰਿਸ਼ਤਿਆਂ 'ਚ ਸੁਧਾਰ ਕਰਨਾ ਹੈ, ਤੇ ਥੋੜਾ ਜਿਹਾ ਮਤਲਬ ਸਿਆਸਤੀ ਤੌਰ ਤੇ ਹੀ ਹੋ ਸਕਦਾ, ਇਕੱਲੇ ਬੰਦੇ ਤੇ ਤਾਂ ਵੱਸ ਦੀ ਗੱਲ ਹੈ ਨਹੀਂ। ਹਾਂ, ਇਕੱਲਾ ਬੰਦਾ ਕੀ ਕਰ ਸਕਦੇ? ਤੁਸੀਂ ਨਹੀਂ ਕੁਝ ਕਰ ਸਕਦੇ, ਮੈਂ ਨਹੀਂ ਕੁਝ ਕਰ ਸਕਦਾ। ਕਿਉਂਕਿ ਪੰਜਾਬ ਦੀ ਗੱਲ ਇੱਕ ਹੈ ਕਿ ਪੰਜਾਬ ਦੀ ਜਿਹੜੀ ਮਿੱਟੀ ਹੈ ਉਹ ਅਲੱਗ ਨਹੀਂ ਹੈ, ਉਹ ਚਾਹੇ ਲਹਿੰਦਾ ਪੰਜਾਬ ਹੋਵੇ, ਚੜ੍ਹਦਾ ਪੰਜਾਬ ਹੋਵੇ, ਲੋਕੀ ਇੱਕ ਨੇ, ਖੂਨ ਇੱਕ ਹੈ, ਮੁਹੱਬਤਾਂ ਇੱਕ ਨੇ, ਤੇ ਤੁਸੀਂ ਕਿਸ ਤਰ੍ਹਾਂ ਵੰਡ ਸਕਦੇ ਹੋ? ਸਿਰਫ ਕੁਝ ਲੋਕਾਂ ਲਈ ਤੁਸੀਂ ਜੇ ਕਹਿੰਦੇ ਹੋ ਕਿ ਅਸੀਂ ਇਹਨਾਂ ਨੂੰ ਵੰਡ ਦੇਵਾਂਗੇ ਤੇ ਐ ਨਹੀਂ ਹੋ ਸਕਦਾ, ਕਿਉਂਕਿ ਮੈਂ ਆ ਵੇਖਿਆ ਹੈ ਕਿ ਸਾਨੂੰ ਵੀ ਇੰਨਾ ਪਿਆਰ ਉਹ ਤੋਂ ਮਿਲਦਾ ਹੈ, ਪੰਜਾਬ ਇੰਡੀਆ ਦੇ ਪੰਜਾਬ ਤੋਂ ਮਿਲਦਾ ਹੈ, ਤੇ ਉਹ ਤੋਂ ਬਹੁਤ ਸੇ ਲੋਕੀ ਸਾਨੂੰ ਪਿਆਰ ਕਰਦੇ ਨੇ, ਮੁਹੱਬਤ ਕਰਦੇ ਨੇ, ਸਾਡੇ ਨਾਲ ਗੱਲ ਕਰਦੇ ਨੇ ਤੇ ਸਾਡੀ ਖੁਸ਼ੀਆਂ 'ਚ ਸ਼ਾਮਿਲ ਹੁੰਦੇ ਨੇ। ਤੇ ਇਹ ਗੱਲਾਂ ਜਿਹੜੀਆਂ ਇਹ ਐਸੀ ਤਰ੍ਹਾਂ ਪਿਆਰ ਮੁਹੱਬਤਾਂ ਵਧਣੀਆਂ ਚਾਹੀਦੀਆਂ, ਕਿਉਂਕਿ ਉਹ ਨਸਲਾਂ ਜਿਹੜੀਆਂ ਪੁਰਾਣੀਆਂ ਸੀ ਉਹ ਆਪਣੀ ਯਾਦਾਂ ਦੇ ਕੇ ਸਾਨੂੰ ਗਈਆਂ, ਤੇ ਹੁਣ ਸਾਡੇ ਜਿਹੜੇ ਵੱਡੇ ਨੇ ਜਿਹੜਾ ਅਸੀਂ ਅੱਗੇ ਉਸ ਲੈਣੀ ਹੈ, ਤੇ ਆਪਣੇ ਬੱਚਿਆਂ ਨੂੰ ਵੀ ਅਸੀਂ ਇਹ ਦੱਸਣਾ ਹੈ ਕਿ ਆਪਸ 'ਚ ਸਾਡੀ ਕੋਈ ਨਾ ਦੁਸ਼ਮਣੀ ਹੈ ਨਾ ਕੋਈ ਐਸੀ ਗੱਲ ਹੈ। ਦੁਸ਼ਮਣੀ ਕੋਈ ਨਹੀਂ ਜੀ। ਹਾਂ ਜੀ, ਇਹ ਧਰਤੀ ਤੋਂ ਅਸੀਂ ਗਏ ਆ ਜੀ, ਸਾਡੇ ਬਜ਼ੁਰਗ ਇੱਧਰੋਂ ਹੀ ਗਏ ਆ ਜੀ, ਤੇ ਉਸ ਮਤਲਬ ਮਨ ਉਹ ਧਰਤੀ ਦਾ 70-75 ਸਾਲ ਬਾਅਦ ਵੀ ਮੋਹ ਆਉਂਦਾ ਜੀ। ਉਸ ਧਰਤੀ ਨੂੰ ਜਾਈਏ, ਨਮਸਕਾਰ ਕਰੀਏ ਜਾ ਕੇ ਜਿੱਥੇ ਬਜ਼ੁਰਗ ਰਹਿੰਦੇ ਸੀ, ਤੇ ਦੇਖੀਏ ਕਿਸ ਤਰ੍ਹਾਂ ਦੀ ਹੈਗੀ ਧਰਤੀ, ਦੇਖਣ ਦਾ ਮਨ ਵਿੱਚ ਬਹੁਤ ਚਾਅ ਹੈ। ਤੇ ਇੱਧਰ ਦੇ ਲੋਕਾਂ ਨੂੰ ਮਿਲੀਏ ਗਿਲੀਏ, ਤੇ ਜੋ ਬੰਦੇ ਮਿਲਦੇ ਆ ਇਹ ਆਪਣੇ ਮਿੱਤਰ ਪਿਆਰੇ ਮਿਲੇ ਆ, ਬਹੁਤ ਪਿਆਰ ਦਿੱਤਾ ਇਹਨਾਂ ਨੇ ਹੱਦ ਤੋਂ ਵੱਧ। ਯਾਨੀ ਕਿ ਖੁਸ਼ ਹੋ ਕੇ ਜਾ। ਹਾਂ ਜੀ, ਬਹੁਤ ਜ਼ਿਆਦਾ ਖੁਸ਼, ਮਤਲਬ ਲਫ਼ਜ਼ਾਂ 'ਚ ਬਿਆਨ ਨਹੀਂ ਕੀਤਾ ਜਾ ਸਕਦਾ ਇਹਨਾਂ ਦਾ ਪਿਆਰ। ਤੇ ਹੁਣ 70-75 ਸਾਲ ਹੋ ਗਏ, ਅਸੀਂ ਤਾਂ 12-14 ਸਾਲ ਜਾ ਕੇ ਬਾਅਦ ਸਾਡਾ ਜਨਮ ਹੋਇਆ, 1959 'ਚ ਹੋਇਆ, ਤੇ ਵਾਕਈ ਤਾਂ ਬਹੁਤ ਹੋਏ ਆ। ਤੇ ਉਹਦੇ ਬਾਰੇ ਕੋਈ ਇੰਨਾ ਬਹੁਤਾ ਗਿਆਨ ਤਾਂ ਨਹੀਂ ਹੈਗਾ, ਪਰ ਸੁਣਦੇ ਤਾਂ ਜ਼ਰੂਰ ਸੀ ਲੋਕਾਂ ਨਾਲ। ਮਤਲਬ ਉਸ ਟਾਈਮ ਜਿਸ ਤਰ੍ਹਾਂ ਧੱਕਾ ਹੋਇਆ, ਬਹੁਤ ਜ਼ਿਆਦਾ ਹੋਇਆ, ਨੁਕਸਾਨ ਬਹੁਤ ਜ਼ਿਆਦਾ ਹੋਇਆ। ਨੁਕਸਾਨ ਤਾਂ ਪਬਲਿਕ ਦਾ ਹੋਇਆ, ਜਿਹੜੇ ਲੀਡਰ ਤੇ ਉਹਨਾਂ ਦਾ ਕੁਝ ਨਹੀਂ ਹੋਇਆ। ਲੀਡਰ ਤਾਂ ਆਪਣੇ ਰੋਟੀਆਂ ਸੇਕਣ ਵਾਲੇ, ਵੋਟਾਂ ਦੇਣ ਵਾਲੇ, ਆ ਬਣਨ ਵਾਲੇ ਆ, ਕੁਝ ਤਾਂ ਪਬਲਿਕ ਦਾ ਹੁੰਦਾ। ਅਸੀਂ ਤਾਂ ਚਾਹੁੰਦੇ ਨਹੀਂ ਵੀ ਲੜਾਈ ਹੋਵੇ ਜਾਂ ਲੜਨਾ ਚਾਹੀਦਾ, ਬਿਲਕੁਲ ਨਹੀਂ ਅਸੀਂ ਚਾਹੁੰਦੇ। ਇੱਕ ਹੋਰ ਸਾਡੇ ਨਾਲ ਚਾਲੀ ਮੌਜੂਦ ਨੇ, ਉਹਨਾਂ ਨਾਲ ਗੱਲ ਕਰਾਂਗੇ। ਸਰਦਾਰ ਸਾਹਿਬ ਇੱਕ ਹੋਰ ਸਾਡੇ ਨਾਲ ਮੌਜੂਦ ਹੈ, ਉਹਨਾਂ ਨਾਲ ਗੱਲ ਕਰਾਂਗੇ। ਜੀ ਮੈਨੂੰ ਦੱਸੋ ਕਿ ਚੜ੍ਹਦਾ ਪੰਜਾਬ ਤੇ ਲਹਿੰਦਾ ਪੰਜਾਬ ਦੋਨਾਂ 'ਚ ਕੋਈ ਫਰਕ ਵੇਖਦੇ ਹੋ ਤੁਸੀਂ? ਨਹੀਂ ਜੀ, ਕੋਈ ਫਰਕ ਨਹੀਂ ਹੈਗਾ। ਸਾਡਾ ਕਲਚਰ ਇੱਕ ਆ, ਸੱਭਿਆਚਾਰ ਇੱਕ ਆ, ਜਿਹੋ ਜਿਹੇ ਲੋਕ ਇੱਧਰ ਆ ਹੋ ਜਿਹੇ ਉੱਧਰ ਆ ਜੀ, ਕੋਈ ਫਰਕ ਨਹੀਂ ਹੈਗਾ। ਪੰਜਾਬ ਦੀ ਜਿਹੜੀ ਮਿੱਟੀ ਹੈ ਦੋਨੋਂ ਤਰਫ ਇੱਕ ਹੈ, ਤੁਸੀਂ ਕਿਹਾ ਮੁਹੱਬਤ ਇੱਕ ਤਰਫ, ਹਰ ਤਰਫ ਇਸ ਤਰ੍ਹਾਂ, ਤੇ ਇਸ ਤਰ੍ਹਾਂ ਬਿਹਤਰ ਨਹੀਂ ਕਿ ਅਸੀਂ ਇਹ ਦੂਰੀਆਂ ਨੂੰ ਖਤਮ ਕਰਕੇ, ਬਾਰਡਰ ਲਾਈਨਾਂ ਨੂੰ ਖਤਮ ਕਰਕੇ ਆਪਣਾ ਆਣਾ ਜਾਣਾ ਹਮਵਾਰ ਕਰੇ, ਤਾਂ ਕਿ ਸਾਨੂੰ ਉੱਥੇ ਦਾ ਪਤਾ ਚੱਲੇ, ਉੱਥੇ ਵਾਲਿਆਂ ਨੂੰ ਉੱਥੇ ਦਾ ਪਤਾ ਚੱਲੇ, ਇੱਕ ਬਾਹਮੀ ਮੁਹੱਬਤ ਹੋਏ ਵੀ। ਜਿਹੜੇ ਦੋਵੇਂ ਪਾਸੇ ਦੀ ਆਵਾਮ ਆ ਜੀ, ਇਹ ਤਾਂ ਗੱਲ ਚਾਹੁੰਦੀ ਆ, ਪਰ ਇਹ ਫੈਸਲੇ ਤਾਂ ਹੁਣ ਸਰਕਾਰਾਂ ਨੇ ਕਰਨੇ ਆ। ਆਵਾਮ ਤਾਂ ਸਾਰੀ ਖੁਸ਼ ਆ ਵੀ ਇੱਕ ਦੂਜੇ ਨੂੰ ਮਿਲੀਏ, ਵਰਤੀਏ ਅਸੀਂ ਆਪਸ 'ਚ, ਕਿਉਂ ਇੱਕੋ ਆ ਸਾਰੇ, ਲੱਗਦਾ ਹੈ ਨਹੀਂ। ਲਹਿੰਦਾ ਪੰਜਾਬ ਚੜ੍ਹਦਾ ਪੰਜਾਬ ਇੱਕੋ ਆ, ਤੇ ਸਰਕਾਰਾਂ ਨੂੰ ਚਾਹੀਦਾ ਕਿ ਇਹ ਬੈਠ ਕੇ ਆਪਸ ਵਿੱਚ ਗੱਲਬਾਤ ਕਰਕੇ ਇਹ ਦੂਰੀਆਂ ਦੂਰ ਕਰਨ। ਕਰਤਾਰਪੁਰ ਦੇ ਬਾਰੇ ਮੈਨੂੰ ਦੱਸੋ ਕਿ ਕਰਤਾਰਪੁਰ ਦਾ ਜਦੋਂ ਇਹ ਸਾਰਾ ਮਾਮਲਾ ਹੋਇਆ, ਰਾਹਦਾਰੀ ਖੁੱਲੀ, ਤੇ ਉਸ ਵੇਲੇ ਜਿਹੜਾ ਪਹਿਲੇ ਜਿਹੜੇ ਸਿੱਖ ਬਰਾਦਰੀ ਸੀ ਉਹ ਨਹੀਂ ਸੀ ਆ ਸਕਦੇ, ਤੇ ਆਪਣੇ ਬਾਬਾ ਜੀ ਕੋਲ ਬੜੀ ਦੂਰ ਰਹੇ ਨੇ, ਤੇ ਉਸ ਵੇਲੇ ਜਦੋਂ ਉਹਨਾਂ ਦਾ ਜਨਮ ਦਿਨ ਹੁੰਦਾ ਸੀ ਤੇ ਕਿੰਨੀ ਤਕਲੀਫ ਵਿੱਚ ਤੁਸੀਂ ਗੁਜ਼ਾਰਦੇ ਸੀ? ਬਹੁਤ ਜ਼ਿਆਦਾ ਤਕਲੀਫ ਸੀ ਜੀ। ਉੱਥੇ ਉਹ ਰਾਵੀ ਦੇ ਕੰਢੇ ਤੇ ਉਹਨਾਂ ਨੇ ਬਣਾ ਕੇ ਦੂਰਬੀਨ ਲਾਈ ਸੀ ਜੀ, ਦੂਰਬੀਨ ਤੋਂ ਦਰਸ਼ਨ ਕਰਦੇ ਤੇ ਉੱਥੋਂ ਰਾਵੀ ਦੇ ਕੰਢੇ ਤੋਂ ਮੁੜ ਜਾਂਦੇ ਸੀ ਦੇਖ ਕੇ ਦਰਸ਼ਨ ਕਰਕੇ। मन ਦੇ ਵਿੱਚ तमन्ना ਤਾਂ ਹੈ ਸੀ। सिख यात्री जब यहाँ पर आए हैं तो पाकिस्तान की तरफ से क्या इंतजाम किए गए? अस्सलाम वालेकुम सर। अस्सलाम वालेकुम जी। मैं सब तो पहला अपने लालिया नूं मुबारकबाद देना, पाकिस्तान खुशामद कहना वा, ते भगवान की कृपा नाल करतार सिंह दा राहदारी खुली है, ते इन्हां दा आउण दा जिहड़ा कहते दूरबीन असीं अपना दर्शन करदे सां करतार सिंह नूं अपने जो ज़ियारतां नूं देखण वास्ते। पाकिस्तानी जो गवर्नमेंट ने कमर जवेद बाजवा साहब ने जो
ਸਿੱਧੂ ਸਾਹਿਬ ਨਾਲ ਜੱਫੀ ਲਾਈ ਸੀ ਤੇ ਫਿਰ ਉਹਨਾਂ ਨੇ ਇਨੀਸ਼ੀਏਟਿਵ ਲਿਆ। ਤੇ ਮੈਂ ਸਮਝਦਾ ਹਾਂ ਕਿ ਇਹ ਬਹੁਤ ਬੜੀ ਡਿਵੈਲਪਮੈਂਟ ਹੈ ਉਨ ਭਰਾਵਾਂ ਵਾਸਤੇ ਜਿਹੜੇ ਉਹ ਦੂਸਰੇ ਪੰਜਾਬ ਚੋਂ ਆਉਂਦੇ ਨੇ, ਇੰਡੀਆ ਵਾਲੇ ਪੰਜਾਬ ਚੋਂ ਆਉਂਦੇ ਨੇ। भी काम आ ਜੱਫੀ ਜਿਹੜੀ ਨੇ ਉਹਨੇ ਜੱਫੀ ਨੇ ਆਪਣਾ ਕੰਮ ਜਿਹੜਾ ਨਾ ਉਹ ਕੰਮ ਨਹੀਂ ਆਈ ਕਰਕੇ ਦਿਖਾ ਦਿੱਤਾ ਬਾਜਵਾ ਸਾਹਿਬ ਨੇ। ਪੀੜ੍ਹੀ ਆ ਰਹੀ ਹੈ ਉਹਨਾਂ 'ਚ ਪਿਆਰ ਮੁਹੱਬਤ ਬੜੀ ਹੈ। ਉਹ ਚੀਜ਼ ਇਸ ਚੀਜ਼ ਨੂੰ ਨਹੀਂ ਵੇਖਦੇ ਕਿ ਯਾਰ ਸਾਨੂੰ ਪਹਿਲੇ ਕੀ ਲੜਾਇਆ ਗਿਆ ਜਾਂ ਜੋ ਵੀ ਹੈ। ਹੁਣ ਜਿਹੜੇ ਨੇ ਉਹ ਬੜੇ ਪਿਆਰ ਮੁਹੱਬਤ ਕਰਦੇ ਨੇ ਇੱਕ ਦੂਜੇ ਨਾਲ, ਤੇ ਇਹ ਪਿਆਰ ਮੁਹੱਬਤ ਤੁਹਾਨੂੰ ਨਹੀਂ ਲੱਗਦਾ ਕਿ ਦੋਨਾਂ ਮੁਲਕਾਂ ਵਾਸਤੇ ਕਿੰਨਾ ਅਹਿਮ ਹੋ ਸਕਦਾ? ਮੈਂ ਜੀ ਸੁੱਕਾ ਸੁੱਕਾ ਦੂਰ ਦੂਰ ਵੇਖ ਕੇ ਤੇ ਫਿਰ ਨਹੀਂ ਨਾ ਪਿਆਰ ਵਧਣਾ। ਤੇ ਹੁਣ ਆਸਾਨੀਆਂ ਪੈਦਾ ਕਰਨੀਆਂ ਚਾਹੀਦੀਆਂ ਦੋਨਾਂ ਗਵਰਨਮੈਂਟਾਂ ਨੂੰ, ਇੰਡੀਆ ਦੀ ਗਵਰਨਮੈਂਟ ਨੂੰ ਵੀ ਤੇ ਪਾਕਿਸਤਾਨ ਦੀ ਗਵਰਨਮੈਂਟ ਦੇ। ਲੋਕ ਆਰਾਮ ਨਾਲ ਉਧਰ ਆਣ, ਉਧਰ ਜਾਣ, ਉਧਰ ਦੇ ਇੱਧਰ ਆਣ, ਤੇ ਲੜਾਈਆਂ ਨਫ਼ਰਤਾਂ 'ਚ ਕੀ ਪਿਆ। ਤੇ ਜਾ ਕੇ ਅਸੀਂ ਵੀ ਉਧਰ ਜਾ ਕੇ ਭੈਣ ਭਰਾਵਾਂ ਨੂੰ ਮਿਲੀਏ, ਇਹ ਸਾਡੇ ਕੋਲ ਆਉਣ, ਤੇ ਹੱਸੀਆਂ ਖੇੜੀਆਂ ਹੋਣੀਆਂ ਚਾਹੀਦੀਆਂ ਨੇ। बिल्कुल, इनके जज्बात आपने सुने और इनका कहना था कि हमारे लिए तो बहुत फख्र का मुकाम है कि हम यहाँ पर आए हैं और पाकिस्तान में, क्योंकि एक दौर ऐसा भी आया कि जब करतारपुर राहदारी की कोई बात नहीं था करता, और उसी सिलसिले में उसी दौर में बहुत से सिख बरादरी जो है वो जो कि इस दुनिया से जा चुके हैं, उनके दिल में ये तमन्ना थी कि हम भी शायद ननकाना साहब जा सकें, कभी जा सकें, लेकिन एक डेवलपमेंट की गई और इस डेवलपमेंट की वजह से बहुत से लोग जो हैं इससे फायदा उठा रहे हैं। अब देखना ये है हुकूमत का, पाकिस्तानी हुकूमत भी और साथ ही भारतीय हुकूमत को भी ये देखना चाहिए कि अवाम क्या चाहती है। कुछ फैसले ऐसे करने चाहिए जो कि अवाम के हक में हो, और कुछ फैसले ऐसे करने चाहिए जो कि लोगों के दिलों पर हमेशा के लिए कायम रहे। इसी के साथ मुतीर मैं आपको इजाज़त दीजिए, अपने चाहने वालों को, अपने प्यारों का और हमारे चैनल का ख्याल रखिए। अल्लाह।